ਜਿਹੜੇ ਨਾ ਕਾਂਗਰਸ ਲੋਕਾਂ ਨੂੰ ਅੱਖਾਂ ਦੇ ਵਿੱਚ ਧੂੜ ਝੋਕਣ ਦੀ ਕੋਸ਼ਿਸ਼ ਕਰ ਰਹੀ ਹੈ ਨੀਲੇ ਕਾਰਡਾਂ ਦੇ ਸੰਬੰਧ ਦੇ ਵਿੱਚ, ਉਹੀ ਜਿਹੜੇ ਹੁਣ ਕਾਰਨਾਮੇ ਇਹਨਾਂ ਦੇ ਛੋਟੇ ਲੈਵਲ ਦੇ ਲੀਡਰ ਐਮਐਲਏ ਵਗੈਰਾ ਤੇ ਪ੍ਰਧਾਨ ਵਗੈਰਾ ਕਰ ਰਹੇ ਨੇ। ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਨੀਲੇ ਕਾਰਡ ਨੇ ਇਹਨਾਂ ਦੀ ਸਰਕਾਰ ਦੇ ਵਿੱਚ ਇਹਨਾਂ ਦਾ ਮੁੱਖ ਮੰਤਰੀ ਹੋਵੇ, ਇਹਨਾਂ ਦਾ ਫੂਡ ਸਪਲਾਈ ਮੰਤਰੀ ਹੋਵੇ, ਇਹਨਾਂ ਦਾ ਐਮਐਲਏ ਹੋਵੇ, ਇਹਨਾਂ ਦਾ ਪ੍ਰਧਾਨ, ਇਹਨਾਂ ਦਾ ਚੇਅਰਮੈਨ, ਸਾਰੇ ਵਿਭਾਗ ਇਹਨਾਂ ਦੀ ਛਤਰ ਛਾਇਆ ਹੇਠ ਪੜ ਰਹੇ ਨੇ। ਤੇ ਕਿਹਨੇ ਨੀਲੇ ਕਾਰਡ ਕੱਟੇ? ਫਿਰ ਉਸ ਟਾਈਮ ਕੱਟੇ ਜਦ ਲੋਕਾਂ ਨੂੰ ਇਸ ਅਨਾਜ ਦੀ ਇੰਨੀ ਜ਼ਿਆਦਾ ਜ਼ਰੂਰਤ ਸੀ। ਉਹ ਲੋਕਾਂ ਨੂੰ ਤਾਂ ਸੀ ਜਿਨ੍ਹਾਂ ਦੇ ਬਣੇ ਹੋਏ ਸੀ, ਜਿਹੜੇ ਇਹਨੂੰ ਰਿਜ਼ਰਵ ਕਰਦੇ ਨੇ। ਉਸ ਟਾਈਮ ਉਹ ਲੋਕਾਂ ਨੂੰ ਵੀ ਅਨਾਜ ਦੀ ਜ਼ਰੂਰਤ ਸੀ, ਜਿਹੜੇ ਲੋਕਾਂ ਦਾ ਕਾਰੋਬਾਰ ਠੀਕ ਹੈ, ਜੋ ਚੱਲਦਾ, ਜੋ ਮੱਧਮ ਵਰਗ ਆ। ਇਹਨਾਂ ਨੇ ਇੱਕ ਸਾਜ਼ਿਸ਼ ਅਧੀਨ ਉਹ ਨੀਲੇ ਕਾਰਡ ਕੱਟੇ। ਪਰ ਕੱਲ ਕਾਂਗਰਸ ਦੇ ਕੁਝ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਐਮਐਲਏ ਸਾਹਿਬ ਦਾ ਧੰਨਵਾਦ ਕਰਤਾ। ਬਹੁਤ ਹੀ ਹੋਸ਼ੀ ਗੱਲ ਕੀਤੀ ਹੈ। ਮੈਂ ਸਾਰੇ ਸ਼ਹਿਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਯਕੀਨ ਆ ਵੀ ਉਹਨਾਂ ਨਾਲ ਅਨਾਜ ਦੀ ਬਹੁਤ ਵੱਡੀ ਰਾਜਨੀਤੀ ਕੀਤੀ ਜਾ ਰਹੀ ਹੈ। ਉਹ ਇਸ ਦਾ ਜਿਹੜਾ ਇਹਨਾਂ ਨੂੰ ਜਵਾਬ ਆ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਦੇ ਵਿੱਚ ਦੇਣਗੇ। ਇਹ ਜਿੰਨੇ ਮਰਜ਼ੀ ਪਾਪੜ ਵੇਲ ਲੈਣ, ਇਹਨਾਂ ਦਾ ਜਿਹੜਾ ਗ੍ਰਾਫ ਆ, ਜਿਹੜਾ ਕੁਝ ਇਹਨਾਂ ਨੇ ਲੋਕਡਾਊਨ ਦੇ ਵਿੱਚ ਜਿੰਨੇ ਪਰਚੇ ਹੋਏ ਨੇ, ਤੁਹਾਨੂੰ ਪਤਾ ਹੀ ਆ ਕੀ ਕੁਝ ਹੋਇਆ, ਕੀ ਕੁਝ ਵਿਕਦਾ ਰਿਹਾ ਲੋਕਡਾਊਨ ਦੇ ਵਿੱਚ, ਕੀ ਕੁਝ ਬਣਦਾ ਰਿਹਾ, ਉਹ ਲੋਕਾਂ ਦੇ ਮੂਹਰੇ ਆ। ਜੋ ਲੋਕਾਂ ਨੇ ਸਭ ਕੁਝ ਇਹਨਾਂ ਦਾ ਦੇਖ ਲਿਆ। ਹੁਣ ਜਿੰਨੇ ਮਰਜ਼ੀ ਪਾਪੜ ਵੇਚ ਲੈਣ, ਇਹਨਾਂ ਨੇ ਜਿਹੜਾ ਕੁਝ ਇਹ ਲੋਟ ਕਰਨ ਨੂੰ ਫਿਰਦੇ ਹੋਣਾ ਨਹੀਂ। ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਦੇਣਾ। ਜਿਹੜੇ ਲਾਭਪਾਤਰੀ ਕਾਰਡ ਬਣ ਰਹੇ ਨੇ, ਮੈਂ ਇਹ ਕੀਰਤੀ ਵਿਭਾਗ ਦੇ ਅੰਡਰ ਆਉਂਦਾ। ਕੀਰਤੀ ਵਿਭਾਗ ਦਾ ਮੈਂ ਕੋਈ ਅਫਸਰ ਅੱਜ ਤੱਕ ਖੰਨੇ ਦੇ ਵਿੱਚ ਨਹੀਂ ਦੇਖਿਆ। ਇਹ ਵੀ ਸਰਕਾਰ ਦੀ ਨਲਾਇਕੀ ਆ। ਮੈਂ ਐਸਡੀਐਮ ਸਾਹਿਬ ਨੂੰ ਵੀ ਇਹ ਗੁਜ਼ਾਰਿਸ਼ ਕਰਦਾ, ਮੈਂ ਕੀਰਤੀ ਵਿਭਾਗ ਦੇ ਅਫਸਰਾਂ ਨੂੰ ਵੀ ਇਹ ਚੇਤਾਵਨੀ ਦਿੰਦਾ ਵੀ ਜਿਹੜੀ ਇਹਦੀ ਸਪੈਸੀਫਿਕੇਸ਼ਨ ਆ ਵੀ ਕਿਸ ਦਾ ਬਣ ਸਕਦਾ, ਕਿਸ ਦਾ ਨਹੀਂ ਬਣ ਸਕਦਾ, ਇਹ ਲੋਕਾਂ ਵਿੱਚ ਸਪਸ਼ਟ ਕੀਤਾ ਜਾਵੇ। ਕੱਲ੍ਹ ਨੂੰ ਇਹ ਪੇਪਰ ਦੇ ਵਿੱਚ ਇੱਕ ਵੱਡਾ ਇਸ਼ਤਿਹਾਰ ਦੇ ਕੇ, ਕਿਉਂਕਿ ਲੋਕਾਂ ਨੂੰ ਬਹੁਤ ਗੁੰਮਰਾਹ ਕੀਤਾ ਜਾ ਰਿਹਾ ਤੇ 62-65 ਸਾਲ ਦੇ ਲੋਕ ਫਾਰਮ ਭਰੀ ਫਿਰਦੇ ਨੇ। ਉਹਨਾਂ ਤੋਂ 50 ਰੁਪਏ 100 ਰੁਪਏ ਫਾਰਮ ਭਰਦਾ ਲਿਆ ਜਾਂਦਾ। ਲੋਕਾਂ ਦਾ ਪੈਸਾ ਬਰਬਾਦ ਹੋ ਰਿਹਾ। ਲੋਕਾਂ ਨੂੰ ਕੁਝ ਸਹੀ ਗੱਲ ਦੱਸ ਕੇ ਜਿਹਦਾ ਬਣ ਸਕਦਾ ਅਸੀਂ ਉਸ ਨੂੰ ਪ੍ਰੇਰੀਏ, ਉਸ ਦਾ ਬਣਵਾਈਏ। ਇਸ ਨੂੰ ਲੋਕਾਂ ਨੂੰ ਖਰਾਬ ਕਰਨ ਦੀ ਬਜਾਏ ਵੀ ਇਹਦੇ 3000 ਰੁਪਏ ਆ ਜਾਣਾ, ਇਹਦੇ 5000 ਰੁਪਏ ਆ ਜਾਣਾ, ਉਹ ਮਾੜਾ ਟਾਈਮ ਸੀ, ਸਰਕਾਰ ਨੇ ਭੇਜਤਾ। ਪਰ ਹੁਣ ਜਿਹਨੇ ਬਣਾਉਣਾ ਉਹ ਇਹ ਦੇਖ ਕੇ ਬਣਾਵੇ ਵੀ ਉਹਦਾ ਬਣ ਸਕਦਾ ਕਿ ਉਹਦਾ 400-450 ਰੁਪਏ ਖਰਾਬ ਹੋਣਾ। ਮੈਂ ਇਹ ਲੋਕਾਂ ਨੂੰ ਬੇਨਤੀ ਕਰਦਾ, ਮੈਂ ਕੀਰਤੀ ਵਿਭਾਗ ਨੂੰ ਵੀ ਇਹ ਬੇਨਤੀ ਕਰਦਾ ਵੀ ਉਹ ਇਸ ਸਥਿਤੀ ਨੂੰ ਸਪਸ਼ਟ ਕਰਨ। ਨਹੀਂ, ਜੇ ਗਲਤ ਕੋਈ ਕਾਰਡ ਬਣਾਉਂਦਾ ਉਹਦੇ ਤੇ ਕਾਰਵਾਈ ਕਰਨ। ਜਿਹੜੇ ਕੋਈ ਠੇਕੇ ਤੇ ਬਣਾਉਂਦੇ ਨੇ, ਸੁਵਿਧਾ ਸੈਂਟਰ ਵਾਲਿਆਂ ਦਾ ਮੈਨੂੰ ਪਤਾ ਲੱਗਿਆ 50 ਰੁਪਏ ਲੈ ਕੇ ਉਹ ਅੰਦਰ 'ਚ ਹੀ ਕਾਰਡ ਬਣਾਉਂਦੇ ਨੇ। ਦੂਜੇ ਲੋਕ ਲਾਈਨਾਂ ਦੇ ਵਿੱਚ ਖੜੇ ਰਹੇ ਨੇ। ਮੈਂ ਉਹਨਾਂ ਨੂੰ ਵੀ ਤਾੜਨਾ ਕਰਦਾ, ਮੈਂ ਉਹਨਾਂ ਦਾ ਜ਼ਿਲ੍ਹੇ ਪ੍ਰਸ਼ਾਸਨ ਨੂੰ ਵੀ ਤਾੜਨਾ ਕਰਦਾ। ਮੈਂ ਉਹਨਾਂ ਨਾਲ ਗੱਲ ਵੀ ਕਰੂੰਗਾ ਵੀ ਆਮ ਲੋਕਾਂ ਨੂੰ ਹਰਾਸ ਨਾ ਕੀਤਾ ਜਾਵੇ। ਸ੍ਰੀ ਮੋਦੀ ਜੀ ਨੇ ਇਹ ਜਿਹੜੀ ਸਕੀਮ ਸ਼ੁਰੂ ਕੀਤੀ ਸੀ, ਇਸ ਨੂੰ ਲਾਗੂ ਪੰਜਾਬ ਸਰਕਾਰ ਨੇ ਕਰਨਾ। ਜਿਹੜੀਆਂ ਸੈਂਟਰ ਦੀਆਂ ਸਕੀਮਾਂ ਆਉਂਦੀਆਂ ਨੇ, ਪੰਜਾਬ ਸਰਕਾਰਾਂ ਨੂੰ ਲਾਗੂ ਕਰਨ 'ਚ ਬਹੁਤ ਵੱਡੀਆਂ ਤਕਲੀਫਾਂ ਮੰਨਦੀ ਆ, ਕਿਉਂਕਿ ਉਹਦਾ ਸਿੱਧਾ ਲੋਕਾਂ ਨੂੰ ਰਾਹਤ ਆ। ਇਹਨਾਂ ਨੂੰ ਖਾਣ ਨੂੰ ਕੁਝ ਮਿਲਦਾ ਨਹੀਂ। ਹੁਣ ਕੀਰਤੀ ਵਿਭਾਗ ਦੇ ਜਿਹੜੇ ਕਾਰਡ ਨੇ, ਲਾਭਪਾਤਰੀ ਕਾਰਡ, ਇਹਨਾਂ ਦੇ ਵਿੱਚ ਵੀ 3-3000 ਰੁਪਇਆ ਆਇਆ। ਇਹਨਾਂ ਨੇ ਉਸ ਦਾ ਹੀ ਰੌਲਾ ਪਾ ਕੇ ਉਸ ਸਕੀਮ ਨੂੰ ਫੇਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਮੈਂ ਸਰਕਾਰ ਨੂੰ ਤਾੜਨਾ ਕਰਦਾ ਵੀ ਇਹਦੀ ਸਪੈਸੀਫਿਕੇਸ਼ਨ ਕੀਰਤੀ ਵਿਭਾਗ ਜਲਦ ਤੋਂ ਜਲਦ ਲੋਕਾਂ ਨੂੰ ਦੇਵੇ। ਇਹ ਨਾ ਹੋਵੇ ਵੀ ਸਾਨੂੰ ਇਹਨਾਂ ਦੇ ਖਿਲਾਫ ਵੀ ਕੋਈ ਨਾ ਕੋਈ ਕਾਰਵਾਈ ਕਰੇ। ਦੇਖੋ ਜੀ, ਨੀਲੇ ਕਾਰਡਾਂ ਦੇ ਸੰਬੰਧ 'ਚ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਨੇ ਸਮੁੱਚੇ ਪੰਜਾਬ 'ਚ ਸੰਘਰਸ਼ ਕੀਤਾ। ਉਸੇ ਲੜੀ ਤਹਿਤ ਅਸੀਂ ਖੰਨੇ 'ਚ ਵੀ ਸੰਘਰਸ਼ ਕੀਤਾ, ਜੋ ਕਿ ਉਸ ਨੂੰ ਬੂਰ ਵੀ ਪਿਆ, ਕਿਉਂਕਿ ਸਮੁੱਚੇ ਪੰਜਾਬ ਜਦੋਂ ਹਾਹਾਕਾਰ ਮਚ ਗਈ, ਲੋਕ ਰਾਸ਼ਨ ਤੋਂ ਆਵਾਜ਼ਾਰ ਹੋ ਗਏ। ਉਹਨਾਂ ਨੂੰ ਜੋ ਉਹਨਾਂ ਦੇ ਬਣਦੇ ਹੱਕ ਸੀ ਉਹਨਾਂ 'ਤੇ ਡਾਕਾ ਪਿਆ। ਉਹਨਾਂ ਦੇ ਨੀਲੇ ਕਾਰਡ ਕੱਟੇ ਗਏ। ਜੇ ਖੰਨੇ ਦੀ ਗੱਲ ਕਰੀਏ ਤਾਂ 7000 ਦੇ ਲਗਭਗ ਖੰਨੇ 'ਚ ਨੀਲਾ ਕਾਰਡ ਕੱਟਿਆ ਗਿਆ। ਸਤਲੁਜ ਪਰਿਵਾਰ ਦੇ 4 ਮੈਂਬਰ ਵੀ ਗਣੀਏ ਤਾਂ 28000 ਬੰਦੇ ਦਾ ਨੀਲਾ ਕਾਰਡ ਕੱਟਿਆ ਗਿਆ ਤੇ ਉਹ ਉਸ ਆਪਣੀ ਰੋਟੀ ਤੋਂ ਆਵਾਜ਼ਾਰ ਹੋ ਗਏ। ਪਹਿਲਾਂ ਹੀ ਇਸ ਲੋਕਡਾਊਨ ਦੌਰਾਨ, ਇਸ ਕਰਫਿਊ ਦੌਰਾਨ, ਇਸ ਮਹਾਮਾਰੀ ਦੇ ਕਰਕੇ ਲੋਕ ਆਪਣੇ ਘਰਾਂ 'ਚ ਬੰਦ ਸੀ। ਉਹਨਾਂ ਨੂੰ ਰੋਟੀ ਤੋਂ ਵੀ ਵਾਂਝੇ ਰਹਿਣਾ ਪਿਆ। ਉਹਨਾਂ ਦੀ ਜੋ ਦਿਹਾੜੀ ਜੋਤਾ ਕਰਦੇ ਸੀ ਉਹ ਵੀ ਬੰਦ ਹੋ ਗਿਆ। ਪੈਸੇ ਤੋਂ ਵੀ ਲੋਕਾਂ ਦੇ ਪੈਸੇ ਵੀ ਖਤਮ ਹੋ ਗਏ। ਸੋ ਬੜੀ ਲੋੜ ਸੀ ਕਿ ਸਰਕਾਰਾਂ ਇਹ ਕਦਮ ਚੁੱਕਦੀਆਂ। ਸਰਕਾਰਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕਾਰਡ ਕੱਟੇ ਗਏ ਸੀ ਉਹਨਾਂ ਨੂੰ ਬਿਨਾਂ ਕਿਸੇ ਪ੍ਰਦਰਸ਼ਨ ਤੋਂ ਉਹਨਾਂ ਦੇ ਕਾਰਡਾਂ ਦੇ ਅਨੁਸਾਰ, ਕਿਉਂਕਿ ਇਹਨਾਂ ਕੋਲ ਸਾਰਾ ਡਾਟਾ ਹੈਗਾ,
ਉਸ ਅਨੁਸਾਰ ਇਹ ਲੋਕਾਂ ਨੂੰ ਕਣਕ ਮੁਹੱਈਆ ਕਰਾਉਂਦੇ ਪਏ। ਸੋ ਅੱਜ ਇਹ ਸਰਕਾਰ ਦੇ ਜਿੰਨੇ ਨੁਮਾਇੰਦੇ ਨੇ, ਐਮਐਲਏ ਸਾਹਿਬ, ਚਾਹੇ ਸ਼ਹਿਰ ਦੇ ਸਾਡੇ ਖੰਨੇ ਦੇ ਇਹਨਾਂ ਦੇ ਕਾਂਗਰਸ ਦੇ ਪ੍ਰਧਾਨ, ਇਹ ਸਾਰੇ ਮਤਲਬ ਫੋਕੀ ਰਾਜਨੀਤੀ, ਆਪਣੀ ਰਾਜਨੀਤੀ ਚਮਕਾਉਣ ਵਾਸਤੇ ਇਹ ਅਖਬਾਰਾਂ 'ਚ ਬੜੀ ਕਵਰੇਜ ਹੋ ਰਹੀ ਹੈ ਕਿ ਅਸੀਂ ਮੰਤਰੀ ਸਾਹਿਬ ਨੂੰ ਮਿਲੇ, ਅਸੀਂ ਖੰਨੇ 'ਚ ਕਾਰਡ ਲਾਗੂ ਕਰੇ। ਇਕੱਲੇ ਖੰਨੇ ਦੀ ਗੱਲ ਨਹੀਂ, ਇਹ ਸਾਰੇ ਪੰਜਾਬ ਦੀ ਗੱਲ ਹੈ। ਕਾਰਡ ਸਾਰੇ ਪੰਜਾਬ 'ਚ ਲਾਗੂ ਹੋਏ ਨੇ। ਇਹ ਮੁੱਖ ਮੰਤਰੀ ਸਾਹਿਬ ਨੇ ਭਾਵੇਂ ਲੋਕਾਂ ਦੀ ਓਪੋਜੀਸ਼ਨ ਦੇ ਦਬਾਅ ਕਾਰਨ, ਉਹਨਾਂ ਦੇ ਹੱਕਾਂ ਵਾਸਤੇ ਸੰਘਰਸ਼ ਕਾਰਨ ਉਹਨਾਂ ਨੂੰ ਝੁਕਣਾ ਪਿਆ, ਉਹਨਾਂ ਨੇ ਇਹ ਕਾਰਡ ਸਾਰੇ ਪੰਜਾਬ 'ਚ ਲਾਗੂ ਕਰਵਾਏ ਨੇ। ਮੈਂ ਪੁੱਛਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਸਟੇਟਮੈਂਟਾਂ ਲਾਈਆਂ ਨੇ ਵੀ ਪਹਿਲਾਂ ਕਾਰਡ ਕੱਟੇ ਕਿਉਂ। ਪਹਿਲਾਂ ਤਾਂ ਇਹਨਾਂ ਨੇ ਕੈਂਪ ਲਾਏ, ਕੈਂਪ ਲਾ ਕੇ ਉਹਦੇ ਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ। ਜਿਵੇਂ ਪਿੱਛੇ ਇਹਨਾਂ ਨੇ ਕੈਂਪ ਲਾਏ ਸੀ, ਕੈਂਪਾਂ ਦੇ ਵਿੱਚ ਰਾਸ਼ਨ ਕਾਰਡ ਵੀ ਬਣਾਉਣ ਲੱਗੇ, ਹੋਰ ਵੀ ਚੀਜ਼ਾਂ ਕਰਨ ਲੱਗੇ। ਜੇ ਤੁਹਾਡੇ ਕੋਲ ਰਾਸ਼ਨ ਦੇਣ ਨੂੰ ਨਹੀਂ ਸੀ ਤਾਂ ਤੁਸੀਂ ਕਾਰਡ ਕਿਉਂ ਬਣਾਏ? ਉਸ ਨਾਕਾਮੀ ਨੂੰ ਲੁਕਾਉਣ ਲਈ ਇਹਨਾਂ ਨੇ ਕਾਰਡ, ਸ਼ਹਿਰ ਦੇ ਵਿੱਚ ਜੋ 6500 ਦੇ ਕਰੀਬ ਕਾਰਡ ਸੀ, ਉਹ ਇਹਨਾਂ ਨੇ ਕਾਰਡ ਕੱਢ ਦਿੱਤਾ ਸਿਰਫ ਉਸ ਨਾਕਾਮੀ ਨੂੰ ਲੁਕਾਉਣ ਲਈ, ਕਿਉਂਕਿ ਇਹਨਾਂ ਕੋਲ ਰਾਸ਼ਨ ਦੇਣ ਨੂੰ ਨਹੀਂ ਸੀਗਾ। ਗੱਲ ਬਣੀ ਤਾਂ ਅਸੀਂ ਦਰੀ ਵਿਛਾ ਕੇ DFSO ਦਫ਼ਤਰ, ਅਨਾਜ ਮੰਡੀ ਖੰਨਾ ਦੇ ਦਫ਼ਤਰ ਦੇ ਮੂਹਰੇ ਅਸੀਂ ਧਰਨਾ ਲਾਇਆ। ਉਸ ਧਰਨੇ 'ਚ ਸਾਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿੱਤਾ ਵੀ ਜਿਹੜੇ ਕਾਰਡ ਕੱਟੇ ਗਏ ਅਸੀਂ ਬਹਾਲ ਕਰਾਵਾਂਗੇ। ਅੱਜ ਉਸ ਦੀ ਮਿਹਨਤ, ਉਸ ਦੀ ਜਿਹੜੀ ਕੋਸ਼ਿਸ਼ ਸੀ, ਉਹ ਇਹ ਰੰਗ ਲਿਆਈ ਹੈ। ਅਸੀਂ ਹੁਣ ਫੇਰ ਇੱਕ ਗੱਲ ਚੇਤਾਵਨੀ ਦੇ ਰਹੇ ਹਾਂ, ਅਗਰ ਕੋਈ ਇੱਕ ਕਾਰਡ ਵੀ ਰਹਿ ਗਿਆ ਬਹਾਲੀ ਤੋਂ ਬਿਨਾਂ ਤਾਂ ਅਸੀਂ ਦੁਬਾਰਾ ਫੇਰ ਧਰਨੇ ਲਾਉਣ ਨੂੰ। ਲੇਟੈਸਟ ਖਬਰਾਂ ਦੇਖਣ ਲਈ ਆਵਾਜ਼ ਸ਼ਹਿਰ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਦਾ ਬਟਨ ਜ਼ਰੂਰ ਦਬਾਓ।